ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੰ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਗੁਰ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸ਼ੁਭ ਮਤ ਪਰਗਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁ ਤਰਾ ਪਰ ਪੁਨ ਪੁਨ ਸ਼ੀਸ਼ਾ ਵਾਹਿਗੁਰੂ ਪੁਨ ਤਰੁ ਤਰਾ ਤਰ ਪੁਨ ਪੁਨ ਸ਼ੀਸ਼ਾ ਪੁਨ ਪੁਨ ਸ਼ੀਸ਼ਾ ਬੰਦੋਂ ਬਾਰ ਬਾਰ ਜਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਵਿੱਚ ਕਰਤਾਰ ਪੂਰੇ ਜਗਰਾਈ ਸ਼੍ਰੀ ਅੰਗਦ ਕੋ ਦੀਨ ਬੜਾਈ ਜੁਗੋ ਜੁਗ ਅਟਾਲੂ ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵਕਤ ਤੋਂ ਸਜੇ ਪਾਵਨ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਜ਼ਰੀਨ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋਂ ਵਡਭਾਗੇ ਹੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਸ਼ੁਭ ਗੁਣਾ ਰੂਪ ਅਸੀਸ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ। ਪਿਛਲੇਰੇ ਸਮੇਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤਾ। ਬਖਸ਼ਿਸ਼ ਭਰਿਆ ਹੱਥ ਰੱਖ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
16 ਫਰਵਰੀ 22 ਫਰਵਰੀ 2016 ਦੇ ਵਿੱਚ ਆਰੰਭਤਾ ਹੋਈ ਸੀ, ਜਿਨ੍ਹਾਂ ਦੀ ਸੰਪੂਰਨਤਾ 18 ਦਸੰਬਰ 2021 ਨੂੰ ਪਿਛਲੇ ਸਾਲ ਹੋਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਤੋਂ ਉਪਰੰਤ ਹੁਣ ਆਪ ਸਰਬੱਤ ਸਾਧ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਦੇ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਦੇ 14 ਭਾਗ ਨੇ। 14 ਭਾਗਾਂ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ 10 ਪਾਤਸ਼ਾਹੀਆਂ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲਾਸਾਨੀ ਇਤਿਹਾਸ ਸੰਪੂਰਨ ਇਸ 14 ਪੋਥੀਆਂ ਦੇ ਵਿੱਚ ਦਰਜ ਹੈ, ਜਿਸ ਨੂੰ ਕਾਵਤੋਲ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਚੂੜਾਮਣੀ, ਜੋ ਕਿ ਪਹਿਲਾਂ ਬ੍ਰਾਹਮਣ ਸਨ, ਗੁਰਸਿੱਖੀ ਦੇ ਦਾਇਰੇ ਦੇ ਵਿੱਚ ਆ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਦੇ ਦਾਇਰੇ ਵਿੱਚ ਆਏ ਨੇ, ਉੱਘੇ ਵਿਦਵਾਨ ਹੋਏ ਨੇ, ਤੇ ਉਹਨਾਂ ਨੇ ਇਸ ਗ੍ਰੰਥ ਦੀ ਜਿਹੜਾ ਹੈ ਰਚਨਾ ਕੀਤੀ ਹੈ। ਆਓ ਅੱਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਅਰਦਾਸ ਕੀਤੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਮਾਲਕ ਕਿਰਪਾ ਕਰੇ ਇਹ ਜੋ ਇਤਿਹਾਸ ਦੀ ਆਰੰਭਤਾ ਹੋਣ ਜਾ ਰਹੀ ਹੈ, ਦਾਸ ਤੇ ਅਤੇ ਆਪ ਸਮੂਹ ਸਾਧ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ। ਇਹ ਜੋ ਵੱਡਾ ਕਾਰਜ ਹੈ ਸਤਿਗੁਰੂ ਜੀ ਆਪ ਕਿਰਪਾ ਕਰਕੇ ਸੰਪੂਰਨ ਕਰਵਾ ਲੈਣ। ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਤੋਂ ਪ੍ਰਾਰੰਭਤਾ ਹੋਏਗੀ, ਪਰ ਪਹਿਲਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜ਼ਿਕਰ ਹੈ, ਜਿਸ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਦਰ ਇੱਕ ਜਿਹੜਾ ਹੈ ਇੱਛਾ ਜ਼ਾਹਰ ਹੁੰਦੀ ਹੈ, ਪੈਦਾ ਹੁੰਦੀ ਹੈ ਕਿ ਕਿਉਂ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਪਨ ਤੋਂ, ਜਨਮ ਤੋਂ ਜਾਣੂ ਹੋਇਆ ਜਾਵੇ, ਕਿਵੇਂ ਉਹਨਾਂ ਦਾ ਪ੍ਰਕਾਸ਼ ਹੋਇਆ, ਕਿਸ ਪ੍ਰਕਾਰ ਉਹ ਸੰਸਾਰ ਦੇ ਅੰਦਰ ਆ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਹਰ ਇੱਕ ਦੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ। ਇਹੋ ਜਿਹੀਆਂ ਇੱਛਾਵਾਂ, ਇਹੋ ਜਿਹੇ ਵਲਵਲੇ ਜਦੋਂ ਉੱਠੇ ਨੇ ਅੰਦਰ, ਤੇ ਹੁਣ ਯਾਦ ਕਰਦੇ ਨੇ ਕਿ ਕੋਈ ਇਹੋ ਜਿਹਾ ਗੁਰਮੁਖ ਪਿਆਰਾ ਹੋਵੇ, ਸਿੱਖ ਹੋਵੇ, ਜਿਹੜਾ ਸਾਨੂੰ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਜਾਣੂ ਕਰਾ ਸਕੇ। ਸੋ ਆਓ ਆਰੰਭਤਾ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਤੋਂ। ਅਸੀਸ ਬਖਸ਼ੋ, ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਵਿੱਚ ਕਰਤਾਰ ਪੁਰੇ ਜਗਰਾਈ, ਸ਼੍ਰੀ ਅੰਗਦ ਕੋ ਦੀਨ ਬੜਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇੱਥੇ ਜ਼ਿਕਰ ਹੈ ਕਿ ਕਰਤਾਰਪੁਰ ਵਿਖੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ। ਆਪਨ ਕੀਨ ਸਚ ਖੰਡ ਪਿਆਨਾ, ਜੋਤ ਰੂਪ ਬਿਬਤਨ ਪਲਟਾਨਾ। ਮਾਲਕ ਜੀ ਇੱਥੇ ਜਿਹੜਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਫਿਰ ਸੱਚਖੰਡ ਨੂੰ ਜਾਂਦੇ ਨੇ, ਭਾਵ ਸਰੀਰਕ ਚੋਲਾ ਤਿਆਗਦੇ ਨੇ, ਤੇ ਆਪ ਜੀ ਨੂੰ ਇਹ ਭਲੀ ਭਾਂਤ ਪਤਾ ਹੈ, ਜਾਣੂ ਹੋ ਆਪ ਕਿ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਅੰਦਰ 1532 ਈਸਵੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆਉਂਦੇ ਨੇ। 7 ਸਾਲ ਨਿਸ਼ਕਾਮਤਾ ਦੇ ਵਿੱਚ ਸੇਵਾ ਕੀਤੀ ਹੈ, ਤੇ 7 ਸਾਲ ਦੀ ਸੇਵਾ ਦਾ ਫਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 1539 ਈਸਵੀ ਵਿੱਚ ਆਪਣੀ ਜਗ੍ਹਾ ਤੇ ਬਿਠਾ ਕੇ ਗੁਰੂ ਸਾਹਿਬ ਜੀ ਨੇ ਪਹਿਲਾਂ ਖੁਦ ਮੱਥਾ ਟੇਕਿਆ, ਲਹਿਣੇ ਤੋਂ ਅੰਗਦ ਬਣਾ ਦਿੱਤਾ। ਇਸ ਪ੍ਰਕਾਰ
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਆਪਨ ਕੀਨ ਸੱਚਖੰਡ ਪਿਆਨਾ, ਜੋਤ ਰੂਪ ਬਿਬ ਤਨ ਪਲਟਾਨਾ। ਇਸ ਪ੍ਰਕਾਰ ਆਪਣਾ ਸਰੀਰਕ ਚੋਲਾ ਤਿਆਗ ਕੇ ਸੱਚਖੰਡ ਨੂੰ ਗਏ ਨੇ ਤੇ ਆਪਣੀ ਜੋਤ ਰੂਪੀ ਜੋ ਬਿੰਬ ਹੈ ਉਹ ਦੂਸਰੇ ਸਰੀਰ ਵਿੱਚ ਭਾਵ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਮਾਨੋ ਕਿ ਜਿਹੜਾ ਹੈ ਪਾ ਦਿੱਤੀ। ਸਰੀਰ ਬਦਲਿਆ ਹੈ, ਜੋਤ ਉਹੀ ਹੈ। ਜੋਤ ओहा जुगत साए सै काया फेर पलटी है, गुरु की बाणी। जोत ਉਹੀ है, शरीर तब्दील होया है। गुरु नानक पातशाह महाराज जी गुरु अंगद देव महाराज जी दे विच जोत रूप विच समा गए। जो अधिपति एक पोषिश तज कै, वैसे सभा दुतिया तन सज कै। ਕਵੀ ਸੰਤੋਖ ਸਿੰਘ ਜੀ ਇੱਥੇ ਉਦਾਹਰਣ ਦਿੰਦੇ ਨੇ ਸਮਝਾਉਣ ਵਾਸਤੇ ਕਿ ਜਿਵੇਂ ਇੱਕ ਬਾਦਸ਼ਾਹ ਆਪਣੀ ਪਹਿਲੀ ਪੁਸ਼ਾਕ ਉਤਾਰ ਕੇ ਦੂਸਰੀ ਪੁਸ਼ਾਕ ਪਹਿਨ ਕੇ ਸਭਾ ਦੇ ਵਿੱਚ ਸਜ ਕੇ ਬੈਠ ਜਾਂਦਾ ਹੈ। वैसे सभा दुतिया तन त्यो खडूर में आन बिराजे, जिन सिमरन कल कल मल पाजे। ਮਾਲਕ ਜੀ ਇੱਥੇ ਜਿਹੜਾ ਹੈ ਹੁਣ ਸੱਚਖੰਡ ਜਦੋਂ ਬਿਰਾਜੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗਏ ਨੇ, ਪਿਆਨਾ ਕੀਤਾ ਹੈ। ਕਰਤਾਰਪੁਰ ਵਿਖੇ ਤੋਂ ਫਿਰ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਬਿਰਾਜਮਾਨ ਹੋਏ ਨੇ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਨ ਸਿਮਰਨ ਕਲ ਕਲਮਲ ਭਾਜੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਿਮਰਨ ਕਰਕੇ, ਉਹਨਾਂ ਦੇ ਦੀਦਾਰ ਕਰਕੇ ਵੱਡੇ ਤੋਂ ਵੱਡੇ ਪਾਪ ਜਿਹੜੇ ਨੇ ਉਹ ਨਾਸ਼ ਹੋ ਜਾਂਦੇ ਨੇ, ਭੱਜ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਤੇ ਭੱਟ ਸਾਹਿਬਾਨਾਂ ਨੇ ਵੀ ਗੁਰੂ ਸਾਹਿਬ ਜੀ ਦੀ ਉਸਤਤ ਦੇ ਵਿੱਚ ਇਹ ਬਚਨ ਕਹੇ ਨੇ। ਆਪ ਸਭ ਨੂੰ ਯਾਦ ਹੈ, ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਬਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਭੱਟ ਟਲ ਜੀ ਕਹਿੰਦੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਵੀ ਇੱਥੇ ਸਮਝਾ ਰਹੇ ਨੇ ਕਿ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਬਿਰਾਜੇ ਨੇ। ਇਹਨਾਂ ਦਾ ਸਿਮਰਨ ਕੀਤਿਆਂ ਕਲਯੁਗ ਦੇ ਸਾਰੇ ਪਾਪ ਉਹ ਦੂਰ ਹੋ ਜਾਂਦੇ ਹਨ। ਗੋਹਰਾ ਤਖਤ ਬੈਠ ਅੰਗਦ ਗੁਰੂ, ਕੀਨ ਖਡੂਰ ਨਿਵਾਸ। ਗੁਰਤਾ ਗੱਦੀ ਤੇ ਬੈਠ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣਾ ਨਿਵਾਸ ਖਡੂਰ ਸਾਹਿਬ ਦੀ ਧਰਤੀ ਤੇ ਕੀਤਾ ਹੈ। ਨਰਨ ਉਧਾਰਨ ਕਾਰਨੇ, ਕਰਤ ਸੁਭਗਤ ਪ੍ਰਕਾਸ਼। ਮਨੁੱਖਾਂ ਦੇ ਉਧਾਰ ਵਾਸਤੇ ਸ਼ੁਭ ਭਗਤੀ ਦਾ ਪ੍ਰਕਾਸ਼ ਜਿਹੜਾ ਹੈ ਹੁਣ ਕਰ ਰਹੇ ਨੇ ਗੁਰੂ ਅੰਗਦ ਦੇਵ ਮਹਾਰਾਜ। ਜਿਵੇਂ 70 ਸਾਲ ਸਰੀਰਕ ਚੋਲੇ ਵਿੱਚ ਰਹਿ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਨਿਰੰਕਾਰ ਸਰੂਪ ਇਸ ਧਰਤੀ ਤੇ ਰਹਿ ਕੇ ਇਸ ਸੜਦੀ ਹੋਈ ਬਲਦੀ ਹੋਈ ਧਰਤੀ ਦਾ ਉਧਾਰ ਕੀਤਾ, ਉਸੇ ਪ੍ਰਕਾਰ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਭਗਤੀ ਦਾ ਪ੍ਰਕਾਸ਼ ਕਰ ਰਹੇ ਨੇ ਤੇ ਇੱਕ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਰੱਬੀ ਸਿਮਰਨ ਦੇ ਵਿੱਚ ਜੁੜਦੇ ਹਨ। ਨਰਨ ਉਧਾਰਨ ਕਾਰਨੇ, ਕਰਤ ਸੁਭਗਤ ਪ੍ਰਕਾਸ਼। ਮਨੁੱਖਾਂ ਦੇ ਉਧਾਰ ਦੇ ਵਾਸਤੇ ਸ਼ੁਭ ਭਗਤੀ ਦਾ ਪ੍ਰਕਾਸ਼ ਕਰਦੇ ਨੇ। ਇਸ ਪ੍ਰਕਾਰ ਰੱਬ ਦੇ ਸਿਮਰਨ ਦੇ ਵਿੱਚ ਜੁੜਦੇ ਹਨ। ਸਵਈਆ ਇੱਕ ਬਾਸੁਰ ਆਸਨ ਡਾਸੇ, ਅਸੀਨ ਸੁਤਿਆਨ ਬਿਖੇ ਗੁਰ ਅੰਗਦ ਹੋਏ। ਕਵੀ ਜੀ ਕਹਿੰਦੇ, ਇੱਕ ਦਿਨ ਇਹੋ ਜਿਹਾ ਆਇਆ, ਗੁਰੂ ਅੰਗਦ ਦੇਵ ਮਹਾਰਾਜ ਆਸਣ ਲਗਾ ਕੇ, ਆਸਣ ਢਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਧਿਆਨ ਧਰਦੇ ਹਨ। ਗੁਰੂ ਨਾਨਕ ਕੇ ਪਦ ਪੰਕਜ ਲੀਨ
निरंतर ही मुद लोचन कोए। ਕਵੀ ਜੀ ਕਹਿਣ ਲੱਗੇ ਇਸ ਪ੍ਰਕਾਰ ਸੋਹਣੇ ਕਮਲ ਰੂਪ ਚਰਨਾਂ ਦੇ ਵਿੱਚ ਦੋਵੇਂ ਅੱਖਾਂ ਬੰਦ ਕਰਕੇ ਗੁਰੂ ਅੰਗਦ ਦੇ ਮਹਾਰਾਜ ਇੱਕ ਰਸ ਬੈਠੇ ਹਨ। पुन जो उपजी और बीच विचार सुकिंकर के प्रम जास भी गोए। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੋਈ ਹੈ। ਉਹ ਵਿਚਾਰ ਇਹ ਸੀ ਕਿ ਜਿਨ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਕੀਤੇ ਨੇ, ਆਪਣੇ ਦਾਸਾਂ ਨੂੰ ਜਿਹੜਾ ਹੈ ਸਿੱਖਾਂ ਦੇ ਭਰਮ ਭੁਲੇਖੇ ਦੂਰ ਕੀਤੇ ਨੇ, ਵਾਹਿਗੁਰੂ ਦਾ ਸਿਮਰਨ ਕੀਤਾ ਹੈ ਜਿਨ੍ਹਾਂ ਨੇ, ਅਸਲ ਦੇ ਵਿੱਚ ਜਿਹੜਾ ਹੈ ਉਹਨਾਂ ਗੁਰਮੁਖ ਪਿਆਰਿਆਂ ਨੂੰ ਵੀ ਵੇਖਿਆ ਜਾਵੇ ਤੇ ਉਹਨਾਂ ਤੋਂ ਫਿਰ ਜਿਹੜਾ ਹੈ ਇਹ ਜਾਣੂ ਹੋਇਆ ਜਾਵੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਕਿੱਥੇ ਕਿੱਥੇ ਕਿਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਕਿੱਥੇ ਕਿੱਥੇ ਜਿਹੜਾ ਹੈ ਸੰਸਾਰ ਦੀ ਅਸਲ ਦੇ ਵਿੱਚ ਜਿਹੜਾ ਹੈ ਸੰਸਾਰ ਦੇ ਉਧਾਰ ਦੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਗਏ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਤਿਨਾਂ ਦੇ ਅੰਦਰ ਇਹ ਜਿਹੜਾ ਹੈ ਇੱਕ ਇੱਛਾ ਪੈਦਾ ਹੋਈ ਹੈ, ਵਿਚਾਰ ਪੈਦਾ ਹੋਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਸ ਪ੍ਰਕਾਰ ਆਪਣੇ ਸਿੱਖਾਂ ਦੇ ਭਰਮ ਭੁਲੇਖੇ ਦੂਰ ਕੀਤੇ। परमेश्वर श्री गुरु नानक सो दिन भेद नामद तरंग तोए। ਕਵੀ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਾਨੋ ਕਿ ਜਿਹੜਾ ਹੈ ਇਸ ਪ੍ਰਕਾਰ ਪਰਮਾਤਮਾ ਦੇ ਵਿੱਚ ਲੀਨ ਹੋਏ ਨੇ ਤੇ ਜਿਹੜੇ ਜੁੜਨ ਵਾਲੇ ਸਿੱਖ ਉਹ ਇਸ ਪ੍ਰਕਾਰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਨੇ ਜਿਵੇਂ ਲਹਿਰਾਂ ਤੇ ਸਮੁੰਦਰ ਦਾ ਕੋਈ ਫਰਕ ਨਹੀਂ ਹੈ। ਭਾਵ ਸਮੁੰਦਰ ਦੇ ਵਿੱਚੋਂ ਹੀ ਲਹਿਰਾਂ ਉੱਠਦੀਆਂ ਨੇ ਫਿਰ ਸਮੁੰਦਰ ਦੇ ਵਿੱਚ ਸਮਾਉਂਦੀਆਂ ਨੇ। ਸਤਿਕਾਰਯੋਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਪਰਮੇਸ਼ਰ ਸਰੂਪ ਨੇ, ਇਸ ਧਰਤੀ ਤੇ ਆਏ। स्वैया चित चित प्रीत की रीत चिते नितरी पव मैं पव श्री गुरु को बिदलीनो। ਗੁਰੂ ਅੰਗਦ ਦੇ ਮਹਾਰਾਜ ਹੁਣ ਨਿਤ ਹੀ ਆਪਣੇ ਚਿੱਤ ਦੇ ਵਿੱਚ, ਆਪਣੇ ਮਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਚਿਤਵਦੇ ਨੇ ਤੇ ਸੋਚਦੇ ਰਹਿੰਦੇ ਹਨ। पुण्य बाल जुआ के विलास जेऊ इतिहास कहे सिख कौन प्रवीणो। ਗੁਰੂ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਪ੍ਰਕਾਸ਼ ਧਾਰਿਆ ਹੈ ਉਹਨਾਂ ਦੀ ਬਾਲ ਅਵਸਥਾ ਕਿਦਾਂ ਦੀ ਹੋਏਗੀ, ਉਹ ਜਵਾਨੀ ਦੇ ਵਿੱਚ ਕਿਹੋ ਜਿਹੇ ਕੌਤਕ ਕਰਦੇ ਹੋਣਗੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਜੀ ਇਹ ਸੋਚ ਵਿਚਾਰ ਕਰ ਰਹੇ ਨੇ। ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਅੰਗਦ ਦੇ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਅੰਦਰ, ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ 1504 ਈਸਵੀ ਦੇ ਵਿੱਚ ਹੁੰਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ 1532 ਈਸਵੀ ਵਿੱਚ ਆਉਂਦੇ ਨੇ। ਪਹਿਲਾਂ ਦੇਵੀ ਦੇਵਤਿਆਂ ਨੂੰ ਪੂਜਣਾ ਆਦਿਕ ਜਿਹੜਾ ਹੈ ਕਰਮਕਾਂਡ ਕਰਨੇ, ਇਹ ਸਭ ਕੁਝ ਉਹ ਕਰਿਆ ਕਰਦੇ ਸਨ। ਪਰ ਗੁਰੂ ਨਾਨਕ ਦੀ ਨਜ਼ਰੇ ਰਹਿਮਤ ਕਿਰਪਾ ਹੋਈ, ਗੁਰੂ ਨਾਨਕ ਦਾ ਸਰੂਪ ਹੋ ਗਏ ਤੇ ਹੁਣ ਇਹ ਅੰਦਰ ਇੱਕ ਇੱਛਾ ਪੈਦਾ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਕਿਵੇਂ ਹੋਇਆ, ਉਹਨਾਂ ਦੀ ਬਚਪਨ ਦਾ, ਉਹਨਾਂ ਦੀ ਜਵਾਨੀ ਦਾ ਬਿਰਤਾਂਤ ਕੋਈ ਇਹੋ ਜਿਹਾ ਗੁਰਮੁਖ ਪਿਆਰਾ ਸਿੱਖ ਹੋਵੇ ਜਿਹੜਾ ਬਿਆਨ ਕਰ ਸਕੇ। सब देश विदेशन को रटनो कटनो कुटलंग बड़ दे गांब जो कीनो। ਕਵੀ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਦੇਸ਼ ਵਿਦੇਸ਼ਨ ਕੋ ਰਟਨੋ ਕਟਨੋ ਕੁਟਲੰਗ ਬੜ ਦੰਬ ਸੁਕੀਨੋ। ਕਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕੀਤੀ, ਪਾਪੀਆਂ ਤੇ ਪਖੰਡੀਆਂ ਦਾ ਵਿਨਾਸ਼ ਕੀਤਾ। ਕੋਈ ਗੁਰਮੁਖ ਪਿਆਰਾ ਹੋਵੇ ਜੋ ਇਸ ਘਟਨਾਵਾਂ ਨੂੰ, ਇਸ ਬਿਰਤਾਂਤ ਨੂੰ ਜਿਹੜਾ ਹੈ ਸੁਣਾਵੇ। चित चिंतक देत अचिंतकता जो वैसे कंत गुरु रस पीनो। ਕਵੀ ਜੀ ਕਹਿਣ ਲੱਗੇ ਇਸ ਪ੍ਰਕਾਰ ਜਿਹੜਾ ਵਿਅਕਤੀ ਅਸਲ ਦੇ ਵਿੱਚ ਜਿਹੜਾ ਹੈ ਬੈਠ ਕੇ ਇੱਕ ਰਸ ਹੋ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਰਣਨ ਕਰੇ, ਭਿੱਜਿਆ ਹੋਵੇ ਜਿਹੜਾ
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਸਤਤ ਦੇ ਵਿੱਚ ਕੁਝ ਆਖੇ, ਉਹਨਾਂ ਦੀਆਂ ਉਦਾਸੀਆਂ, ਉਹਨਾਂ ਦੀਆਂ ਜਿਹੜੀਆਂ ਫੇਰੀਆਂ, ਉਹਨਾਂ ਦੀਆਂ ਯਾਤਰਾਵਾਂ ਦਾ ਵਰਣਨ ਕਰੇ। ਇਸ ਪ੍ਰਕਾਰ ਦਾ ਕੋਈ ਗੁਰਸਿੱਖ ਪਿਆਰਾ ਹੋਵੇ। ਦੋਹਰਾ ਸ਼੍ਰੀ ਗੁਰ ਬਾਰੇ ਸਤ ਸਾਰੇ ਬਾਗੇ ਉਰ ਡਾਰੇ ਹਾਰੇ ਆਰੇ ਜੁਨ ਆਰੇ ਜੁਰਤੀਨ। ਗੁਰੂ ਨਾਨਕ ਪਾਤਸ਼ਾਹ ਜੀ ਸ੍ਰੇਸ਼ਟ ਨੇ, ਅੰਤਰਜਾਮੀ ਨੇ। ਜਿਹੜਾ ਵੀ ਸਿੱਖ ਉਹਨਾਂ ਦਾ ਸਿਮਰਨ ਕਰਦਾ ਹੈ, ਉਹਨਾਂ ਦੇ ਬਾਰੇ ਪੜ੍ਹਦਾ ਸੁਣਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਕਿਰਪਾ ਕੀਤੀ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਪਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੁਣਿਆ ਹੈ, ਭਾਵ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਕੰਨਾਂ ਰਾਹੀਂ ਸੁਣੀਦਾ ਵੀ ਹੈ। ਸਤਿਗੁਰੂ ਜੀ ਕਹਿੰਦੇ ਸ਼ਰਧਾ ਭਾਵਨਾ ਵਾਲੇ ਫਿਰ ਗਰਭ ਜੋਨੀ ਵਿੱਚ ਬਾਰ-ਬਾਰ ਨਹੀਂ ਪੈਂਦੇ, ਆਵਾਗਮਨ ਦਾ ਚੱਕਰ ਕੱਟਿਆ ਜਾਂਦਾ ਹੈ। ਕਵੀ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਨੇ, ਅੰਤਰਜਾਮੀ ਨੇ, ਸ੍ਰੇਸ਼ਟ ਨੇ। ਜਿਹੜੇ ਵੀ ਸਿਮਰਨ ਦੇ ਵਿੱਚ ਜੁੜਦੇ ਨੇ, ਉਹਨਾਂ ਬਾਰੇ ਪੜ੍ਹਦੇ ਨੇ, ਸੁਣਦੇ ਨੇ, ਉਹ ਮੁਕਤ ਹੋ ਜਾਂਦੇ ਹਨ। ਪੜ੍ਹੇ ਸੁਨੇ ਸਿੱਖ ਹੋਏ ਗਤ ਹਿਰਦੇ ਮਨੋਰਥ ਕੀਨ। ਉਹਨਾਂ ਦੇ ਹਿਰਦੇ ਦੇ ਸਾਰੇ ਮਨੋਰਥ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਉਹ ਪੂਰੇ ਕਰ ਦਿੰਦੇ ਨੇ। ਤਿੰਨੇ ਤਾਪ, ਦਿਲਾਂ ਦਾ ਡਰ, ਹਰ ਇੱਕ ਚੀਜ਼ ਜਿਹੜਾ ਹੈ ਉਹ ਖਤਮ ਹੋ ਜਾਂਦੀ ਹੈ। ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਪਣਾ ਧਿਆਨ ਜੋੜਦੇ ਹਨ। ਜੋ ਪਈ ਉਤ ਬਾਲੇ ਸੰਦੋ ਸੁਵਿਚਾਰਾ, ਸ਼੍ਰੀ ਨਾਨਕ ਕੇ ਹਰਿ ਅਵਤਾਰਾ। ਉਧਰ ਜਿਹੜਾ ਹੁਣ ਬਾਲਾ ਸੰਧੂ ਉਹ ਵੀ ਇਹ ਵਿਚਾਰ ਕਰਦਾ ਹੈ, ਜੋ ਆਪ ਜੀ ਨੇ ਜਿਹੜਾ ਹੈ ਸੁਣਿਆ ਹੈ, ਭਾਈ ਬਾਲਾ, ਭਾਈ ਮਰਦਾਨਾ। ਹੁਣ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਬਾਲਾ ਜੀ ਦਾ ਇੱਥੇ ਜ਼ਿਕਰ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਧਰ ਜਿਹੜਾ ਹੈ ਭਾਈ ਬਾਲਾ ਵੀ ਜੋ ਸੰਧੂ ਗੋਤ ਦੇ ਵਿੱਚੋਂ ਹੈ, ਉਹਨੇ ਵੀ ਇਹ ਵਿਚਾਰ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਰੱਬ ਦਾ ਅਵਤਾਰ ਹੋਏ ਹਨ। ਨਿਜ ਅਸਥਾਨ ਸੁਕੋਨ ਬਿਠਾਇਓ, ਤਿਸ ਦਰਸ਼ਨ ਜੇ ਰਾਲ ਲਚਾਇਓ। ਉਹਨਾਂ ਦੇ ਅਸਥਾਨ ਤੇ ਹੁਣ ਕੌਣ ਬੈਠਾ ਹੈ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੇ ਸੱਚਖੰਡ ਨੂੰ ਬਿਆਨਾ ਕਰ ਗਏ ਨੇ, ਤੇ ਆਪਣੀ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਨਾਂ ਨੂੰ ਬਿਠਾਇਆ ਹੈ? ਤਿਸ ਦਰਸ਼ਨ ਜੀਰਾ ਲਲਚਾਇਓ। ਉਹਨਾਂ ਦੇ ਦਰਸ਼ਨਾਂ ਨੂੰ ਮੇਰਾ ਚਿੱਤ ਜਿਹੜਾ ਹੈ ਹੁਣ ਲਲਚਾ ਰਿਹਾ ਹੈ, ਹੁਣ ਤਾਂਘ ਰਿਹਾ ਹੈ। ਅੰਦਰ ਇੱਕ ਇੱਛਾ ਪੈਦਾ ਹੋਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੂਸਰਾ ਸਰੂਪ ਤਿਸ ਦੇ ਦੀਦਾਰ ਕੀਤੇ ਜਾਣ। ਬਹੁ ਨਰ ਮੈਂ ਬੋਲੇ ਹੋਈ ਬਾਲਾ, ਇੱਕ ਸਿੱਖ ਬਚ ਪਾਕਿਓ ਤੇ ਕਾਲਾ। ਜਦ ਬਾਲੇ ਨੇ ਬੈਠੇ ਹੋਏ ਸਾਰੇ ਜਿਹੜੇ ਵਡੇਰੇ ਪੁਰਖ ਸਨ, ਉਹਨਾਂ ਦੇ ਸਾਹਮਣੇ ਜਦੋਂ ਇੱਛਾ ਜ਼ਾਹਰ ਕੀਤੀ ਹੈ, ਇਹ ਗੱਲ ਪੁੱਛੀ ਹੈ, ਤੇ ਇੱਕ ਸਿੱਖ ਨੇ ਉਸੇ ਵਕਤ ਇੱਕ ਬਚਨ ਬੋਲਿਆ, ਗੋਤ ਨੰਦ ਅੰਗਤ ਦੇ ਨਾਮੋ, ਗੁਰ ਤਾ ਉਚਿਤ ਪਇਓ ਅਭਿਰਾਮੋ। ਉਹ ਸਿੱਖ ਕਹਿਣ ਲੱਗਾ ਕਿ ਤ੍ਰਿਣ ਗੋਤ ਹੈ, ਜਿਹਦੇ ਵਿੱਚ ਜਿਹੜਾ ਹੈ ਭਾਈ ਲਹਿਣਾ ਜੀ ਹੋਏ ਨੇ, ਜਿਨ੍ਹਾਂ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਅੰਗਦ ਦਾ ਰੂਪ ਹੋ ਗਏ ਨੇ। ਭਾਵ ਤ੍ਰਿਣ ਗੋਤ ਤੋਂ ਸ਼੍ਰੀ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਸਰੀਰ ਬੜਾ ਸੁੰਦਰ ਹੈ, ਬੜਾ ਜਿਹੜਾ ਹੈ ਬਲਸ਼ਾਲੀ ਹੈ। ਇਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਾਰਸ ਜਿਹੜਾ ਹੈ ਉਚਿਤ ਸਮਝ ਕੇ ਕਿ ਸਾਡੇ ਸਥਾਨ ਤੇ ਭਾਈ ਲਹਿਣਾ ਜੀ ਬੈਠ ਸਕਦੇ ਨੇ, ਕਿਉਂਕਿ ਪਰਖਾਂ ਹੋਈਆਂ ਨੇ। ਅਗਲੇਰੇ ਜਿਹੜਾ ਹੈ ਹੁਣ ਲੜੀਵਾਰ ਜਦੋਂ ਇਤਿਹਾਸ ਚੱਲੇਗਾ, ਇਸ ਵਿੱਚ ਇਹ ਜ਼ਿਕਰ ਆਏਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿੱਥੇ ਕਿੱਥੇ ਕਿਹੜੀਆਂ ਜੜੀਆਂ ਨੇ ਨਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ, ਭਾਈ ਲਹਿਣਾ ਜੀ ਦੀਆਂ, ਅਸਲ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਜੀਵਨ ਨੂੰ ਪਰਖਣ ਵਾਸਤੇ ਪਰਖਾਂ ਲਈਆਂ ਨੇ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਪ੍ਰਕਾਰ
ਉਹ ਸਿੱਖ ਕਹਿੰਦਾ ਗੁਰੂ ਅੰਗਦ ਦੇ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਕਬਿਤ ਸ਼ਰਤ ਸੁਨ ਬਾਲੇ ਬਾਤ ਪਇਓ ਪੁਲ ਕਾਤ ਗਾਤ ਅੰਗ ਨ ਸਮਾਤ ਚਲਿਓ ਤਹਾਂ ਤਬ ਤਾਇ ਕੈ। ਸ਼ਰੁੱਤ ਦਾ ਅਰਥ ਹੁੰਦਾ ਹੈ ਕੰਨ। ਜਦੋਂ ਕੰਨਾਂ ਦੇ ਨਾਲ ਇਹ ਗੱਲ ਸੁਣੀ ਹੈ ਨਾ, ਭਾਈ ਬਾਲੇ ਨੇ ਬੜਾ ਖੁਸ਼ ਹੋਇਆ, ਗਦ ਹੋਇਆ, ਰੋਮ ਰੋਮ ਖਿੜ ਗਏ ਨੇ। ਤੇ ਕਵੀ ਜੀ ਕਹਿਣ ਲੱਗੇ ਅੰਗ ਨਾ ਸਮਾਤ, ਭਾਵ ਫੁੱਲੇ ਨਹੀਂ ਸਮਾਉਂਦਾ ਹੁਣ। ਤੇ ਚੱਲਿਓ ਤਾਹਾਂ ਤਬ ਧਾਇਕ ਹੈ। ਧਾਇਕ ਅਰਥ ਹੁੰਦਾ ਹੈ ਦੌੜ ਕੇ ਜਾਣਾ। ਕਵੀ ਜੀ ਕਹਿਣ ਲੱਗੇ ਜਦੋਂ ਕੰਨਾਂ ਦੇ ਨਾਲ ਇਹ ਗੱਲ ਸੁਣੀ ਕਿ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣੇ ਨੇ, ਤੇ ਬੜਾ ਖੁਸ਼ ਹੋਇਆ ਹੈ, ਪ੍ਰਸੰਨ ਹੋਇਆ ਹੈ, ਗਦ ਹੋਇਆ ਹੈ। ਤੇ ਇਹ ਸੁਣ ਕੇ ਹੁਣ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨਾਂ ਲਈ ਚੱਲਿਆ ਹੈ। ਕਾਤਕ ਦਿਵਸ ਪੁਨਿਓ ਆਏ ਸੋ ਦੀਦਾਰ ਕੀਨੋ ਕਾਰੀ ਕਰ ਬੰਦ ਆਬੀ ਬੰਦ ਸੀਸ ਨਾਇਕੈ। ਕਵੀ ਜੀ ਕਹਿਣ ਲੱਗੇ ਕਵਿਤ ਦੇ ਅੰਦਰ ਕਾਤਕ ਦਿਵਸ ਪੁਨਿਓ ਆਏ ਸੋ ਦੀਦਾਰ ਕੀਨੋ ਕਰੀ ਕਰ ਬੰਦ ਅਬੇ ਬੰਦ ਸਿਰ ਨਾਇਕੈ। ਇੱਕ ਕਵਿਤ ਦੀ ਚਾਲ ਹੈ। ਸਵਈਆ, ਕਵਿਤ, ਦੋਹਰਾ, ਛੰਦ, ਅੜਿੱਲ ਆਦਿਕ ਜਿਹੜਾ ਹੈ ਇਹ ਚੀਜ਼ਾਂ ਆਉਣਗੀਆਂ। ਤੇ ਹਰ ਇੱਕ ਜਿਹੜਾ ਹੈ ਕਵਿਤ ਦੀ ਲੈ ਅਲੱਗ ਹੈ, ਸਵਈਏ ਦੀ ਲੈ ਅਲੱਗ ਹੈ, ਦੋਹਰੇ ਦੀ ਅਲੱਗ ਹੈ, ਤੇ ਇਸੇ ਪ੍ਰਕਾਰ ਚੌਪਈ ਦੀ ਅਲੱਗ ਹੈ। ਕਵੀ ਜੀ ਕਹਿੰਦੇ ਭਾਈ ਬਾਲਾ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਰੂਪ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਕੱਤਕ ਪੁੰਨਿਆਂ ਵਾਲੇ ਦਿਨ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਹੈ। ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਫਿਰ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ। ਦੇਖਤ ਮਗਨ ਪਇਓ ਆਵਨ ਸਫਲ ਕਿਓ ਬੈਠਿਓ ਸੁਖ ਮਾਨ ਗੁਰ ਆਏ ਸੇ ਕੋ ਪਾਇ ਕੈ। ਹੁਣ ਬੜਾ ਖੁਸ਼ ਹੋਇਆ ਵੇਖਦਿਆਂ ਸਾਰੀ ਕਿ ਮੇਰਾ ਆਉਣਾ ਜਿਹੜਾ ਹੈ ਨਾ ਸਫਲ ਹੋ ਗਿਆ। ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੱਦੀ ਦੇ ਵਾਰਸ ਦੇ ਦਰਸ਼ਨ ਕਰ ਲਏ ਨੇ, ਭਾਵ ਸਾਖਸ਼ਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ। ਮੇਰਾ ਆਉਣਾ ਜਿਹੜਾ ਹੈ ਹੁਣ ਸਫਲ ਹੋਇਆ ਹੈ। ਤੇ ਗੁਰੂ ਦੀ ਆਗਿਆ ਅਤੇ ਸੁਖ ਪਾ ਕੇ ਫਿਰ ਅਸੀਸ ਪ੍ਰਾਪਤ ਕਰਕੇ ਭਾਈ ਬਾਲਾ ਉੱਥੇ ਹੀ ਬੈਠ ਗਿਆ। ਸਤ ਕਰ ਤਾਰ ਕੋ ਉਚਾਰ ਕੇ ਬੁਝਤ ਪੁਨ ਕਿਤੋਂ ਤੇ ਆਏ ਤੁਮ ਦੀਜੀਏ ਸੁਨਾਏ ਕੈ। ਸਤ ਕਰਤਾਰ ਕਹਿ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਹੁਣ ਅਸਲ ਦੇ ਵਿੱਚ ਜਿਹੜਾ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਕਹਿ ਕੇ ਸਤ ਕਰਤਾਰ ਬੈਠਾ ਹੈ। ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਫਿਰ ਭਾਈ ਬਾਲੇ ਨੂੰ ਪੁੱਛਿਆ ਹੈ, ਸੁਣਾਓ ਤੁਸੀਂ ਹੁਣ ਤੁਸੀਂ ਕਿੱਥੋਂ ਆਏ ਹੋ? ਦੋਹਰਾ ਜਥਾ ਸ਼ਕਤ ਜੋ ਪੇਟ ਥੀ ਆਗੇ ਤਰੀ ਬਣਾਏ। ਕਵੀ ਜੀ ਕਹਿਣ ਲੱਗੇ ਇਸ ਪ੍ਰਕਾਰ ਜੋ ਆਪਣੀ ਸਮਰੱਥਾ ਅਨੁਸਾਰ ਜੋ ਵੀ ਉਹਨਾਂ ਕੋਲ ਭੇਟ ਸੀ ਉਹਨਾਂ ਲਿਆਂਦੀ ਸੀ, ਗੁਰੂ ਚਰਨਾਂ ਵਿੱਚ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ। ਹੁਣ ਬਾਲਾ ਬੋਲਤ ਪਇਓ ਬਿਨੈ ਬਚਨ ਮਹਿ ਪਾਈ। ਉਸ ਤੋਂ ਬਾਅਦ ਫਿਰ ਭਾਈ ਬਾਲਾ ਬੋਲਿਆ ਏ, ਨਿਮਰਤਾ ਸਹਿਤ ਬੇਨਤੀ ਕੀਤੀ ਹੈ। ਚੌਪਈ ਸ੍ਰੀ ਅੰਗਦ ਜੀ ਸੁਨੋ ਕਿਰਪਾਲਾ ਸੰਗ ਗੋਤ ਨਾਮ ਮੋਹਿ ਬਾਲਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਹੇ ਕਿਰਪਾ ਦੇ ਘਰ ਸਤਿਗੁਰੂ, ਸਾਡੀ ਬੇਨਤੀ ਸੁਣੋ। ਮੇਰਾ ਨਾਮ ਬਾਲਾ ਹੈ ਤੇ ਮੇਰੀ ਗੋਤ ਸੰਧੂ ਹੈ। ਰਾਏ ਪੋਏ ਤਲਵੰਡੀ ਜੋ ਵਤਨ ਜਨਮ ਹਮਰਾ ਹੈ ਸੋ। ਜਿਹੜੀ ਰਾਏ ਭੋਏ ਦੀ ਤਲਵੰਡੀ ਹੈ ਨਾ, ਉਹ ਮੇਰਾ ਦੇਸ਼ ਹੈ, ਉੱਥੇ ਹੀ ਮੇਰਾ ਜਨਮ ਹੋਇਆ ਹੈ। ਗੁਰ ਦਰਸ਼ਨ ਕੀ ਲਾਲਸ ਪੂਰੀ ਜਾਤੇ ਹੋ ਚਲੇ ਆਏ ਹਜ਼ੂਰੀ। ਮੇਰੇ ਦਿਲ ਵਿੱਚ ਤੁਹਾਡੇ ਦਰਸ਼ਨਾਂ ਦੀ ਤਾਂਘ ਸੀ, ਇੱਛਾ ਸੀ, ਇਸ ਲਈ ਮੈਂ ਜਿਹੜਾ ਹੈ ਚੱਲ ਕੇ
ਤੁਹਾਡੀ ਹਜ਼ੂਰੀ ਦੇ ਵਿੱਚ, ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਹਾਂ। आजर जरन ओ तीरज तारी, सुनी आपकी महिमा पारी। ਭਾਈ ਬਾਲਾ ਜੀ ਕਹਿੰਦੇ ਕਿ ਮੈਂ ਤੁਹਾਡੀ ਜਿਹੜਾ ਹੈ ਨਾ ਭਾਰੀ ਮਹਿਮਾ ਸੁਣੀ ਹੈ, ਤੁਹਾਡੀ ਵਡਿਆਈ ਸੁਣੀ ਹੈ। ਆਪ ਜੀ ਅਜਰ ਜਰਨ ਵਾਲੇ ਹੋ। ਇਸ ਪ੍ਰਕਾਰ ਦਿਲ ਵਿੱਚ ਤੁਸੀਂ ਜਿਹੜਾ ਹੈ ਧੀਰਜ ਧਾਰਨ ਕੀਤਾ ਹੋਇਆ ਹੈ। ਤੁਸੀਂ ਬੜੇ ਧੀਰਜਵਾਨ ਹੋ। कह श्री अंगत तुम गुर को है, करो उच्चारण निज मत जो है। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਜਿਹੜਾ ਬਚਨ ਕਹੇ ਨੇ ਕਿ ਅਸਲ ਦੇ ਵਿੱਚ ਜਿਹੜਾ ਹੈ ਲੱਗਦੇ ਤੁਸੀਂ ਬਹੁਤ ਮਿੱਠੜੇ ਸੁਭਾਅ ਵਾਲੇ ਹੋ, ਨਿਮਰਤਾ ਵਾਲੇ ਹੋ, ਨਿਰਮਲ ਸੁਭਾਅ ਵਾਲੇ, ਵਿਕਾਰ ਰਹਿਤ ਹੋ। ਤੇ ਇਸ ਲਈ ਜਿਹੜਾ ਹੈ ਤੁਸੀਂ ਜਿਹੜਾ ਹੁਣ ਸੁਣਾਓ, ਤੁਸੀਂ ਕਿੱਥੋਂ ਆਏ ਜੋ ਤੇ ਕਿਸ ਪ੍ਰਕਾਰ ਜਿਹੜਾ ਹੈ ਤੁਹਾਡਾ ਆਉਣਾ ਹੋਇਆ। ਹਾਂਜੀ। माधुर बचन शुभ मृदुल सुभाओ, विषयन बाओ सप रस ना काओ। ਦੱਸੋ ਤੁਹਾਡਾ ਗੁਰੂ ਕੌਣ ਹੈ। ਤੁਸੀਂ ਜਿਹੜਾ ਹੈ ਮਾਨੋ ਉਚਾਰਨ ਕਰੋ, ਤੁਹਾਡਾ ਨਿੱਜੀ ਸਿਧਾਂਤ ਜਿਹੜਾ ਹੈ ਉਹ ਕਿਹੜਾ ਹੈ। हाथ बंद बोलियो बच बाला, सब रावर को ज्ञात विशाला। ਭਾਈ ਬਾਲਾ ਜੀ ਨੇ ਫਿਰ ਹੱਥ ਜੋੜ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਸਭ ਕੁਝ ਤੇ ਤੁਸੀਂ ਜਾਣੀ ਜਾਣੋ, ਇਹ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ, ਤਦ ਵੀ ਤੁਸੀਂ ਜਿਹੜਾ ਹੈ ਮੇਰੇ ਤੋਂ ਪੁੱਛਦੇ ਹੋ। तदप जो तुम पूछन अनुसारी, सुनो आप मैं कहो सुधारी। ਫਿਰ ਵੀ ਅਗਰ ਤੁਸੀਂ ਪੁੱਛਦੇ ਹੋ ਤੇ ਅਦਬ ਦੇ ਨਾਲ ਮੈਂ ਜਿਹੜਾ ਹੈ ਤੁਹਾਨੂੰ ਸਭ ਕੁਝ ਦੱਸਦਾ ਹਾਂ। श्री नानक जी मम गुर पूरन, कल कल मल रुज पद रज चूरन। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਪੂਰਨ ਗੁਰੂ ਨੇ। ਕਲਯੁਗ ਦੇ ਵਿੱਚ ਫਿਰ ਉਹਨਾਂ ਦੇ ਚਰਨਾਂ ਦੀ ਧੂੜ ਦੁੱਖਾਂ ਤੇ ਰੋਗਾਂ ਨੂੰ ਨਾਸ਼ ਕਰਨ ਵਾਲੀ ਹੈ। धाम मंत्र गै को सर केसर, पाओ भगत कृत जगत सुजल दर। ਪਖੰਡ ਰੂਪੀ ਹਾਥੀ ਲਈ ਉਹ ਸ਼ੇਰ ਦੇ ਸਮਾਨ ਨੇ। ਭਾਉ ਭਗਤੀ ਦੀ ਖੇਤੀ ਵਾਸਤੇ ਮਾਨੋ ਕਿ ਜਿਹੜਾ ਹੈ ਇਹ ਮਾਨੋ ਕਿ ਜੱਗ ਦੇ ਵਿੱਚ ਉਹ ਬਦਲ ਰੂਪ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਭਾਈ ਸਾਹਿਬ ਜੀ ਇੱਥੇ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਵਡਿਆਈ ਕਰ ਰਹੇ ਹਨ। सुन श्री अंगत बचन उचारियो, तुम गुरु नानक रूप निहारियो। ਭਾਈ ਬਾਲੇ ਦੀ ਇਹ ਗੱਲ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਬਚਨ ਆਖੇ ਨੇ ਕਿ ਹੇ ਭਾਈ ਬਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਨੂੰ ਵੇਖਿਆ ਹੈ, ਸਾਖਸ਼ਾਤ ਦਰਸ਼ਨ ਕੀਤੇ ਹਨ। कब की गुर सिखी मन मानी, परम प्रेम में मत लपटानी। ਕਦ ਤੋਂ ਤੁਸੀਂ ਗੁਰਸਿੱਖੀ ਦੇ ਦਾਇਰੇ ਵਿੱਚ ਆਏ ਹੋ, ਕਦੋਂ ਤੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਮ ਪ੍ਰੇਮ ਦੇ ਵਿੱਚ ਜੁੜੇ ਹੋ। बाला बोलियो सुनो दयाला, तिनके संग रहो चिरकाला। ਭਾਈ ਬਾਲਾ ਜੀ ਨੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਸੁਣੋ, ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਰਿਹਾ ਹਾਂ। 3 बरख तन बैस वडेरी, बाल करुण बद तिथि बथेरी। ਗੁਰੂ ਸਾਹਿਬ ਜੀ ਦੀ ਉਮਰ ਵਿੱਚ ਮੈਥੋਂ 3 ਸਾਲ ਉਹ ਵੱਡੇ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ 3 ਸਾਲ ਵੱਡੇ ਸਨ ਤੇ ਬਚਪਨ ਤੇ ਜਵਾਨੀ ਦੀ ਬਹੁਤੀ ਉਮਰ ਜਿਹੜੀ ਹੈ ਮੈਂ ਉਹਨਾਂ ਦੇ ਨਾਲ ਬਿਤਾਈ ਹੈ। दोहरा दैदिश दर्श दिखायो, दया दृष्टि को फिर देख। ਮੇਰੇ ਵੇਖਦਿਆਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 10 ਦਿਸ਼ਾਵਾਂ ਦੇ ਵਿੱਚ ਜਿਹੜਾ ਹੈ
ਕੁੱਪ ਹਨੇਰੇ ਵਿੱਚ ਫਸੇ ਹੋਏ ਸੰਸਾਰ ਨੂੰ ਜਿਹੜਾ ਹੈ ਪ੍ਰਕਾਸ਼ ਦਿੱਤਾ ਹੈ। ਸਾਰੀ ਧਰਤੀ ਦੇ ਜਿਹੜੇ ਸੇਵਕ ਸਨ, ਜੀਵ ਸਨ, ਸਾਰਿਆਂ ਨੂੰ ਤਾਰਿਆ ਹੈ। ਨਿਕਟ ਰਹਿਤ ਤਿਨ ਚਰਨ ਹਮ ਤਾਰਿਓ ਜਗਤ ਬਿਸੇਕ। ਮੈਂ ਇਹ ਸਾਰਾ ਸਮਾਂ ਉਹਨਾਂ ਦੇ ਚਰਨਾਂ ਦੇ ਕੋਲ ਰਹਿ ਕੇ ਬਤੀਤ ਕੀਤਾ ਹੈ, ਸਭ ਕੁਝ ਆਪਣੀ ਅੱਖੀਂ ਵੇਖਿਆ ਹੈ। ਦਇਆ ਐਨ ਸੁਨ ਬੈਨ ਧੈਨ ਭਗਤ ਨਿਜ ਦਾਸ। ਦਇਆ ਦੇ ਘਰ ਤੇ ਆਪਣੇ ਸੇਵਕਾਂ ਨੂੰ ਭਗਤੀ ਦੇਣ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਬਾਲੇ ਦੀ ਇਹ ਗੱਲ ਸੁਣ ਕੇ ਉੱਠੇ ਹਨ। ਉੱਠ ਕਰ ਪੁਜ ਪਰ ਗੁਰ ਮਿਲੇ ਉਰ ਤਰ ਪਰਮ ਉਲਾਸ। ਉੱਠ ਕਰ ਪੁਜ ਪਰ ਘਰ ਮਿਲੇ। ਗੁਰੂ ਅੰਗਦ ਦੇਵ ਮਹਾਰਾਜ ਜੀ ਉੱਠੇ ਨੇ ਤੇ ਭਾਈ ਬਾਲੇ ਨੂੰ ਗਲਵਕੜੀ ਦੇ ਵਿੱਚ ਲੈ ਲਿਆ, ਕੁੱਟ ਕੇ ਸੀਨੇ ਨਾਲ ਲਾਇਆ ਹੈ ਤੇ ਉਰ ਤਰ ਪਰਮ ਹੁਲਾਸ। ਹਿਰਦੇ ਦੇ ਵਿੱਚ ਬੜਾ ਆਨੰਦ ਹੈ, ਖੁਸ਼ੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਪਨ ਤੇ ਜਵਾਨੀ ਬਾਰੇ ਜਾਣਨ ਵਾਲੇ ਇਹ ਗੁਰਸਿੱਖ ਦੇ ਦਰਸ਼ਨ ਹੋਏ ਹਨ। ਜੋ ਪਈ ਬੌਰ ਬਿਲੋਚਨ ਮੁਚਾ ਵਿਰਾਗਾ ਕਰ ਉਰ ਚਰਨਨ ਬਾਰੇ ਅਨੁਰਾਗਾ। ਫਿਰ ਅੱਖਾਂ ਦੇ ਵਿੱਚੋਂ ਪ੍ਰੇਮ ਦਾ ਜਲ ਜਿਹੜਾ ਹੈ ਨਾ ਛੁੱਟ ਪਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਿਰਦੇ ਵਿੱਚ। ਸ੍ਰੇਸ਼ਟ ਚਰਨਾਂ ਦੇ ਲਈ ਫਿਰ ਪ੍ਰੇਮ ਜਾਗਿਆ ਹੈ ਤੇ ਪ੍ਰੇਮ ਦੇ ਹੁਲਾਰੇ ਫਿਰ ਜਿਹੜਾ ਹੈ ਅੰਦਰੋਂ ਹੁਣ ਉੱਠਣ ਲੱਗ ਪਏ ਨੇ ਕਿ ਹੁਣ ਮੈਂ ਭਾਈ ਬਾਲੇ ਦੇ ਰਾਹੀਂ ਜਾਣ ਸਕਾਂਗਾ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਬਚਪਨ, ਪ੍ਰਕਾਸ਼, ਜਵਾਨੀ ਕਿਹੋ ਜਿਹੇ ਸਨ, ਕਿੱਥੇ ਕਿੱਥੇ ਹੋ ਗਏ ਸਨ। ਨੀਰ ਨਾ ਤਰਿਆ ਦਿਕ ਤਰਿ ਆਂਸੂ ਭਾਰਤ ਪ੍ਰੀਤ ਕੀ ਭਗਤ ਉਲਾਸੂ। ਹੁਣ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਨੇਤਰਾਂ ਦੇ ਵਿੱਚੋਂ ਹੰਝੂ ਹੁਣ ਰੁਕ ਨਹੀਂ ਰਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੁਣ ਰੁਕ ਨਹੀਂ ਰਹੇ। ਪ੍ਰੇਮ ਤੇ ਭਗਤੀ ਦੇ ਉਛਾਲੇ ਵਾਲਾ ਨੀਰ ਜਿਹੜਾ ਹੁਣ ਵਹੀ ਜਾਂਦਾ ਹੈ। ਸਵਿਤਾ ਅਸ ਨਿਸ਼ਾ ਹੋਈ ਆਈ ਬਾਲਾ ਰਹਿਤ ਪਇਓ ਤੇ ਕਥਾਈ। ਗੱਲਾਂ ਬਾਤਾਂ ਕਰਦਿਆਂ ਹੋਇਆਂ ਹੁਣ ਸੂਰਜ ਡੁੱਬ ਗਿਆ ਹੈ। ਸਵਿਤਾ ਅਸਤ ਨਿਸ਼ਾ ਹੋਏ ਆਈ, ਫਿਰ ਸੂਰਜ ਡੁੱਬਣ ਲੱਗ ਪਿਆ ਹੈ, ਰਾਤ ਪੈਣੀ ਸ਼ੁਰੂ ਹੋ ਗਈ ਹੈ। ਬਾਲਾ ਰਹਿਤ ਭਇਓ ਤੇ ਠਾਈ। ਭਾਈ ਬਾਲਾ ਜੀ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਹੀ ਉਹਨਾਂ ਨੇ ਟਿਕਾਣਾ ਕੀਤਾ ਹੈ। ਸਿੱਖ ਸੰਗਤ ਜੈ ਮਿਲ ਸਮੁਦਾਇਆ ਕਹਾਂ ਬਸਿਓ ਸਭ ਹੀਨ ਮਨ ਪਾਇਆ। ਜਿੱਥੇ ਸਾਰੀ ਸਿੱਖ ਸੰਗਤ ਮਿਲ ਕੇ ਰਹਿੰਦੀ ਸੀ ਭਾਈ ਬਾਲਾ ਵੀ ਉੱਥੇ ਰਹਿ ਪਿਆ। ਜਿੱਥੇ ਸਾਰਿਆਂ ਦੇ ਮਨ ਭਾਉਂਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਵਸਦੇ ਸਨ, ਭਾਈ ਬਾਲਾ ਜੀ ਦਾ ਉੱਥੇ ਟਿਕਾਣਾ ਹੋਇਆ। ਨਿਸ ਮੈਂ ਪਨਤ ਰਹਿਓ ਤਿਨ ਸਾਥਾ ਸ਼੍ਰੀ ਨਾਨਕ ਕੀ ਸੁੰਦਰ ਗਾਥਾ। ਸਾਰੀ ਰਾਤ ਉਹ ਫਿਰ ਜਿਹੜਾ ਹੈ ਨਾ ਸਾਰਿਆਂ ਦੇ ਨਾਲ ਮੰਨ ਲਓ ਕਿ ਗੁਰਸਿੱਖ ਵੀ ਸਨ, ਗੁਰਮੁਖ ਪਿਆਰੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਸਾਰੇ ਮਿਲ ਕੇ ਸਾਰੀ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੁੰਦਰ ਗਾਥਾ ਦਾ ਵਰਣਨ ਕਰਦੇ ਰਹੇ। ਹੁਣ ਗਾਥਾ ਕਰਦਿਆਂ ਕਰਦਿਆਂ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਣ ਭਗਤੀ ਦੇ ਵਿੱਚ ਲੀਨ ਹੋਏ ਹਨ। ਅੰਗਦ ਮਗਨ ਲਗਿਓ ਮਨ ਧਿਆਨਾ ਆਸਨ ਬੈਸਿਓ ਪਈ ਬਿਹਾਨਾ। ਕਵੀ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਧਿਆਨ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲਿਆਂਦਾ ਤੇ ਲਿਵ ਜੁੜ ਗਈ ਹੈ ਤੇ ਉਹਨਾਂ ਦੇ ਆਸਣ ਉੱਤੇ ਮੰਨੋ ਕਿ ਬੈਠਿਆਂ ਬੈਠਿਆਂ ਹੀ ਸਵੇਰ ਹੋ ਗਈ ਹੈ। ਉਹਨੇ ਭੂਖਨ ਪ੍ਰਕਾਸ਼ਤ ਪਇਓ ਛੁਟੀ ਸਮਾਦ ਸਨਾਨੰਦ ਕਇਓ। ਭੂਖਨ ਦਾ ਅਰਥ ਹੁੰਦਾ ਹੈ ਸੂਰਜ। ਕਹਿਣ ਲੱਗੇ ਰਾਤ ਤੋਂ ਬਾਅਦ ਫਿਰ ਦਿਨ ਚੜ੍ਹਿਆ ਹੈ, ਸੂਰਜ ਚੜ੍ਹਿਆ, ਪ੍ਰਕਾਸ਼ ਹੋਇਆ ਹੈ। ਛੁੱਟੀ ਸਮਾਦ ਇਸ਼ਨਾਨਨ ਕੀਓ। ਜਦੋਂ ਸਮਾਧੀ ਭਾਵ ਲਿਵ ਜਿਹੜਾ ਹੈ ਛੁੱਟੀ ਹੈ, ਧਿਆਨ ਦੇ ਵਿੱਚੋਂ ਬਾਹਰ ਆਏ ਨੇ
ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਇਸ਼ਨਾਨ ਕੀਤਾ ਹੈ। वैसे बार बुलायो बाला बंधन करी आन तक काला। ਫਿਰ ਜਿਹੜਾ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਪਾਵਨ ਸਿੰਘਾਸਨ ਤੇ ਬੈਠੇ ਨੇ ਤੇ ਭਾਈ ਬਾਲਾ ਜੀ ਨੂੰ ਬੁਲਾਇਆ ਹੈ ਤੇ ਭਾਈ ਬਾਲਾ ਜੀ ਤਤ ਛਿੰਨ ਦੇ ਵਿੱਚ ਆਏ, ਨਮਸਕਾਰ ਕੀਤੀ, ਬੰਧਨ ਕਰੀ ਆਨ ਤਤਕਾਲਾ, ਛੇਤੀ ਦੇ ਨਾਲ ਆਏ ਨੇ। ਨਮਸਕਾਰ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਸ ਬੈਠ ਗਏ ਹਨ। दोहरा गुरु अंगद सिर मुख कयो सब इतिहास सुनाओ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਬਾਲਾ ਜੀ ਇੱਦਾਂ ਕਰੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨ ਇਤਿਹਾਸ ਜਿਹੜਾ ਹੈ ਨਾ, ਤੁਸੀਂ ਤੇ ਨਾਲ ਰਹੇ ਹੋ, ਤੇ ਇਸ ਕਰਕੇ ਤੁਸੀਂ ਜਿਹੜਾ ਹੈ ਸੁਣਾਉਣਾ ਕਰੋ। श्री नानक के जन्म के सकल कथा समझाओ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਤੋਂ ਲੈ ਕੇ ਸਾਨੂੰ ਸਾਰੀ ਕਥਾ ਜਿਹੜੀ ਹੈ ਨਾ ਉਹ ਸੁਣਾਓ, ਸਮਝਾਓ, ਕੀ ਕੁਝ ਹੋਇਆ ਹੈ, ਕਿਸ ਪ੍ਰਕਾਰ ਪ੍ਰਕਾਸ਼ ਹੋਇਆ ਹੈ, ਕਿਸ ਪ੍ਰਕਾਰ ਬਚਪਨ, ਜਵਾਨੀ ਆਦਿ ਕੇ ਬਿਰਤਾਂਤ ਸਾਨੂੰ ਸੁਣਾਉਣਾ ਕਰੋ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਿਵੇਂ ਇਹ ਗੱਲ ਕਹਿਣਗੇ, ਕਿਉਂਕਿ 3 ਸਾਲ ਵੱਡੇ ਸਨ ਗੁਰੂ ਨਾਨਕ ਦੇਵ ਮਹਾਰਾਜ, ਇਹ ਤੋਂ ਭਾਵ ਇਹ ਹੈ ਕਿ ਪ੍ਰਕਾਸ਼ ਵੇਲੇ ਭਾਈ ਬਾਲਾ ਨਹੀਂ ਹੈ। ਹੁਣ ਇਹ ਗੱਲ ਕਿਵੇਂ ਜਿਹੜਾ ਹੈ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣਗੇ, ਕਿਵੇਂ ਫਿਰ ਸਤਿਗੁਰੂ ਜੀ ਹੋਰ ਸਿੱਖਾਂ ਦੀ ਮੰਗ ਕਰਨਗੇ, ਤੇ ਭਾਈ ਬਾਲਾ ਹੀ ਇਹ ਗੱਲ ਸਮਝਾਏਗਾ ਕਿ ਤਲਵੰਡੀ ਵਿਖੇ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਾਚਾ ਜੀ, ਉਹਨਾਂ ਕੋਲ ਜਨਮ ਪੱਤਰੀ ਆਦਿਕ ਹੈ। ਕਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਸਿੱਖਾਂ ਨੂੰ ਭੇਜਣਗੇ, ਭਾਈ ਬਾਲਾ ਜਾਏਗਾ, ਕਿਵੇਂ ਉਹ ਪੱਤਰੀ ਲਿਆਏਗਾ, ਅਗਲੇਰੀ ਵਿਚਾਰ ਫਿਰ ਕਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਸ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਹੋਏਗੀ, ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਵਿਚਾਰ ਹਿਰਦਿਆਂ ਵਿੱਚ ਵਸੇ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ, ਅਵਿਨਾਸ਼ੀ ਅਵਿਨਾਸ਼, हे पूरन हे सर्ब मैं दुख भंजन गुण, हे संगी हे निरंकार, हे निर्गुण सब, हे गोविंद हे गुण निधान जाके, हे अपरंपर हर हरे, हे संता कै सदा संग निधारा, हे ठाकुर हों दासरो मैं निर्गुण गुण नहीं, नानक दीजै नाम दान राखो हियै, आए प्रभ शरणागति कृपा निध, एक अखर हर मन बसत, आए प्रभ शरणागति कृपा निध, एक अखर हर मन बसत। वाहिगुरु जी का खालसा, वाहिगुरु जी की फतेह।